ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਜਿਸ ਬੰਦੇ ਦੇ ਵਿੱਚ ਮਿਹਨਤ ਕਰਨ ਦਾ ਜਿਹੜੀ ਸਮਰੱਥਾ ਹੈ, ਸਖਤ ਮਿਹਨਤ ਦੀ ਔਰ ਕੰਮ ਪ੍ਰਤੀ ਕਮਿਟਮੈਂਟ ਹੈ, ਥੋੜਾ ਜਿਹਾ ਰਿਸਕ ਲੈਣ ਦੀ ਜਿਹੜੀ ਸਮਰੱਥਾ ਹੈ, ਉਹ ਬੰਦਾ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰ ਲੈਂਦਾ ਹੈ। ਅੱਜ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ, ਓਬਰਾਏ ਗਰੁੱਪ ਦੇ ਮਾਲਕ ਦੀ। ਇੱਥੇ ਮੈਂ ਤੁਹਾਨੂੰ ਦੱਸਦਾ, ਇਹ ਦੁਬਈ ਵਾਲੇ SP ਸਿੰਘ ਓਬਰਾਏ ਦੀ ਗੱਲ ਨਹੀਂ, ਉਹਨਾਂ ਦਾ ਵੀ ਓਬਰਾਏ ਹੋਟਲ ਸੀ ਇੱਕ। ਮੈਂ ਓਬਰਾਏ ਹੋਟਲ ਦੇ ਜਿਹੜਾ ਮਾਲਕ ਹੈ, ਇੱਕ ਵੱਡਾ ਗਰੁੱਪ ਹੈ ਜਿਹੜਾ, ਮੋਹਨ ਸਿੰਘ ਓਬਰਾਏ ਦੀ ਕਹਾਣੀ ਸੁਣਾਉਣ ਜਾ ਰਿਹਾ ਤੁਹਾਨੂੰ। ਬਹੁਤ ਦਿਲਚਸਪ ਹੈ ਇਹ ਕਹਾਣੀ। ਤੁਹਾਨੂੰ ਲਗਭਗ ਇੰਨੀ ਕੁ ਪ੍ਰੇਰਿਤ ਕਰਦੀ ਹੈ ਕਿ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਸਿਰਫ ਮਿਹਨਤ ਨਾਲ। ਇਨਵੈਸਟਮੈਂਟ ਹੋਵੇ ਨਾ ਹੋਵੇ, ਪੈਸਾ ਹੋਵੇ ਨਾ ਹੋਵੇ, ਤਾਂ ਹੋਵੇ ਕੀ, ਤੁਹਾਡੀ ਪਰਸਨੈਲਿਟੀ ਦੇ ਵਿੱਚ ਕੰਮ ਪ੍ਰਤੀ ਕਮਿਟਮੈਂਟ, ਮਿਹਨਤ, ਲਗਾਤਾਰ ਮਿਹਨਤ, ਰਿਸਕ ਲੈਣ ਦਾ ਮਾਦਾ। ਤੁਸੀਂ ਦੇਖੋ ਕਿੱਥੇ ਤੱਕ ਪਹੁੰਚਦੇ ਹੋ, ਜਾਂ ਇਉਂ ਕਹੀਏ ਕਿ ਇਹ ਬੰਦਾ ਕਿਵੇਂ ਪਹੁੰਚਿਆ, ਇੱਥੋਂ ਅੰਦਾਜ਼ਾ ਲੱਗ ਜੂਗਾ। ਕਹਾਣੀ ਸ਼ੁਰੂ ਹੁੰਦੀ ਹੈ ਇਹ ਮੋਹਨ ਸਿੰਘ ਓਬਰਾਏ ਦੀ 15 ਅਗਸਤ 1898 ਰਾਵਲਪਿੰਡੀ ਦੇ ਕੋਲ ਇੱਕ ਪਿੰਡ ਹੈ ਭੌਣ, ਅਣਵੰਡੇ ਪੰਜਾਬ ਦੀ ਮੈਂ ਗੱਲ ਕਰ ਰਿਹਾ। ਭੌਣ ਦੇ ਵਿੱਚ ਪੈਦਾ ਹੁੰਦਾ। ਪਿਤਾ ਅਵਤਾਰ ਸਿੰਘ ਐਵੇਂ ਛੋਟਾ ਜਿਹਾ ਠੇਕੇਦਾਰ, ਘਰ ਦੀ ਆਈ ਚਲਾਈ ਉਹ ਚੱਲਦੀ ਸੀ। ਤਾਂ ਫਿਰ ਅਚਾਨਕ ਕੀ ਵਾਪਰਿਆ, ਜਿਵੇਂ ਇਹਨਾਂ ਦਿਨਾਂ ਦੇ ਵਿੱਚ COVID-19 ਨੇ ਬਹੁਤ ਸਾਰੀਆਂ ਜਾਨਾਂ ਲਈਆਂ ਨੇ, ਉਹਨਾਂ ਦਿਨਾਂ 'ਚ ਪੇਸ਼ਾਵਰ ਦੇ ਵਿੱਚ ਹੈਜਾ ਫੈਲ ਗਿਆ ਸੀ, ਅਤੇ ਹੈਜੇ ਨੇ ਬਲੀ ਲੈ ਲਈ ਅਵਤਾਰ ਸਿੰਘ ਦੀ। ਮਤਲਬ ਕਿ 6 ਸਾਲ ਦਾ ਮੋਹਨ ਸਿੰਘ ਪਿਤਾ ਤੋਂ ਬਿਰਵਾ ਹੋ ਗਿਆ। ਪਿਤਾ ਹੈ ਨਹੀਂ, ਇਨਕਮ ਕੋਈ ਨਹੀਂ, ਕਰੇ ਕੀ, ਤੇ ਮਾਂ ਔਰ ਦਾਦੇ ਨੇ ਪਾਲਿਆ। ਭੌਣ ਸਕੂਲ 'ਚ ਮੁੱਢਲੀ ਸਿੱਖਿਆ ਲੈ ਲਈ, ਰਾਵਲਪਿੰਡੀ 10ਵੀਂ ਕਰ ਲਈ। ਅਗਲੀ ਸਿੱਖਿਆ ਕੀ ਕਰੀਏ, ਕਹਿੰਦੇ ਜੀ ਸਟੈਨੋਗ੍ਰਾਫਰ ਸਿੱਖ ਲਓ। ਅੰਮ੍ਰਿਤਸਰ ਪਹੁੰਚ ਗਿਆ। ਅੰਮ੍ਰਿਤਸਰ ਤੋਂ ਜਦੋਂ ਸਟੈਨੋਗ੍ਰਾਫੀ ਕਰ ਰਿਹਾ ਸੀ, ਕੰਮ ਚਲਾਉਣ ਲਈ ਪੈਸਾ ਚਾਹੀਦਾ, ਅਤੇ ਪੈਸੇ ਲਈ ਇੱਕ ਨੌਕਰੀ ਕੀਤੀ ਬੂਟਾਂ ਦੀ ਫੈਕਟਰੀ ਦੇ ਵਿੱਚ। ਕੁਝ ਸਮੇਂ ਬਾਅਦ ਉਹ ਫੈਕਟਰੀ ਵੀ ਬੰਦ ਹੋ ਗਈ। ਉੱਧਰੋਂ ਇਹਦਾ ਵਿਆਹ ਹੋ ਚੁੱਕਿਆ ਸੀ। ਉਹਨਾਂ ਦਿਨਾਂ 'ਚ ਵਿਆਹ ਵੀ ਅਰਲੀ ਕਰ ਲੈਂਦੇ ਸੀ। ਬੇਰੁਜ਼ਗਾਰ ਹੋ ਗਿਆ, ਬਹੁਤ ਔਖਾ ਸੀ। ਹੁਣ ਪਤਾ ਲੱਗਦਾ ਸੀ ਕਿ ਨੌਕਰੀ, ਸਰਕਾਰੀ ਨੌਕਰੀ ਉਦੋਂ ਵੀ ਨਹੀਂ ਮਿਲੀ। ਤਾਂ ਅਚਾਨਕ ਇੱਕ ਸੀਸ਼ਲ ਹੋਟਲ ਸੀ, ਉਹਦੇ ਮੈਨੇਜਰ ਨੂੰ ਇੱਕ ਕਲਰਕ ਦੀ ਲੋੜ ਸੀ। ਉੱਥੇ ਇਹ ਜਾ ਲੱਗਿਆ, ਕਲਰਕ ਬਣ ਗਿਆ। ਨੌਕਰੀ ਕੋਈ ਵੀ ਹੋਵੇ, ਇਹ ਚਾਹੁੰਦਾ ਸੀ ਕਿ ਮਿਲ ਜੇ, ਇੱਕ ਵਾਰੀ ਮਿਲ ਗਈ ਨੌਕਰੀ। ਸੋ ਕਲਰਕ ਨੇ ਬਹੁਤ ਮਿਹਨਤ ਕੀਤੀ, ਮੋਹਨ ਸਿੰਘ ਕਲਰਕ ਨੇ। ਔਰ ਉੱਥੇ ਇੱਕ ਮੈਨੇਜਰ ਜਿਹੜਾ ਨਵਾਂ ਆਇਆ ਸੀ, ਉਹਦਾ ਨਾਮ ਸੀ ਕਲਾਰਕੇ। ਕਲਾਰਕੇ ਨੇ ਦੇਖਿਆ ਕਿ ਇਹ ਬੰਦਾ ਇੰਨਾ ਕੰਮ ਕਰਦਾ ਹੈ, ਇੰਨੀ ਮਿਹਨਤ ਕਰਨ ਵਾਲਾ ਬੰਦਾ ਤਾਂ ਬਹੁਤ ਘੱਟ ਮਿਲਦੇ ਨੇ ਦੁਨੀਆ 'ਚ, ਔਰ ਆਪਣਾ ਨਹੀਂ ਸਭ ਦੇ ਕੰਮ ਕਰਦਾ ਸੀ। ਅਤੇ ਉਸ ਨੇ ਇਸ ਨੂੰ ਕੈਸ਼ੀਅਰ ਬਣਾ ਲਿਆ। ਕੈਸ਼ੀਅਰ ਕਮ ਸਟੈਨੋਗ੍ਰਾਫਰ, ਮਤਲਬ ਕਿ ਇਹਦੀ ਤਰੱਕੀ ਹੋ ਗਈ, 4 ਪੈਸੇ ਵੱਧ ਮਿਲਣ ਲੱਗ ਗਏ। ਔਰ ਸੱਚੀ ਗੱਲ ਤਾਂ ਇਹ ਹੈ, ਇੱਥੋਂ ਅੰਦਾਜ਼ਾ ਲੱਗਦਾ ਕਿ ਲੋਕਾਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਆਏ। ਉਹਨੇ ਦੇਖਿਆ ਮੁੰਡਾ ਇੰਨਾ ਕੰਮ ਕਰਦਾ ਹੈ, ਉਹਨਾਂ ਨੇ ਇਹਨੂੰ 100 ਰੁਪਈਆ ਇਨਾਮ ਵਜੋਂ, ਉਹਨਾਂ ਦਿਨਾਂ 'ਚ 100 ਰੁਪਇਆ ਇਨਾਮ ਵਜੋਂ ਦਿੱਤਾ ਸੀ। ਸੋ ਇਹ ਇੰਨਾ ਮਿਹਨਤੀ ਸੀ। ਹੋਇਆ ਕੀ ਕਿ ਜਿਹੜਾ ਕਲਾਰਕੇ ਸੀ ਮੈਨੇਜਰ, 1924 'ਚ ਉਹਨੇ ਫੈਸਲਾ ਕਰ ਲਿਆ ਕਿ ਮੈਂ ਆਪਣਾ ਧੰਦਾ ਸ਼ੁਰੂ ਕਰਨਾ ਹੈ, ਕੇਟਰਿੰਗ ਦਾ। ਇਹਨੂੰ ਕਹਿੰਦਾ, ਦੇਖ ਤੂੰ ਹੈਗਾ ਮਿਹਨਤੀ ਬੰਦਾ, ਤੂੰ ਕੰਮ ਕਰ, ਮੇਰੇ ਨਾਲ ਹਿੱਸਾ ਪਾ ਲਾ, ਪੈਸੇ ਨਹੀਂ ਮੈਂ ਤਾਂ ਇੱਥੋਂ ਲੈਂਦਾ। ਨਹੀਂ, ਬਿਨਾਂ ਇਨਵੈਸਟਮੈਂਟ ਤੋਂ ਇਹ ਹਿੱਸੇਦਾਰ ਬਣ ਗਿਆ ਕੇਟਰਿੰਗ ਦੇ ਵਿੱਚ। ਇਹਨਾਂ ਨੇ ਦਿੱਲੀ ਕਲੱਬ ਦਾ ਠੇਕਾ ਲੈ ਲਿਆ। ਔਰ ਕਿਉਂਕਿ ਮਿਹਨਤੀ ਸੀ, ਨਿਗਾਹ ਰੱਖਦਾ ਸੀ,
ਕੰਮ ਆਉਂਦਾ ਸੀ। ਦਿੱਲੀ ਕਲੱਬ 'ਚ ਇਹਨਾਂ ਨੂੰ ਵਾਹਵਾ ਜਿਹੜਾ ਹੈ ਇਨਕਮ ਹੋਣ ਲੱਗੀ। ਉਸ ਤੋਂ ਬਾਅਦ ਇਹਨਾਂ ਨੇ ਸ਼ਿਮਲੇ ਦੇ ਵਿੱਚ ਕਾਰਲਟਨ ਹੋਟਲ ਸ਼ਿਮਲੇ ਦਾ ਉਹਨੂੰ ਲੀਜ਼ ਤੇ ਲੈ ਲਿਆ। ਤਾਂ ਇਸ ਤਰ੍ਹਾਂ ਇਹਨਾਂ ਦਾ ਕੰਮ ਚੱਲ ਨਿਕਲਿਆ। ਦੇਖੋ ਕੰਮ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਨਾ, ਕੰਮ ਤਾਂ ਉਹਦਾ ਚੱਲਣਾ ਹੀ ਹੁੰਦਾ ਹੈ। ਬਸ ਗੱਲ ਇਹ ਹੈ ਕਿ ਤੁਸੀਂ ਬਿਲਕੁਲ ਜਿਹੜੀ ਕਮਿਟਮੈਂਟ ਨਾਲ ਜਿੱਥੇ ਵੀ ਲੱਗਦੇ ਹੋ ਉੱਥੇ ਤੁਸੀਂ ਕਾਮਯਾਬ ਹੁੰਦੇ ਹੋ। ਹਰ ਵਕਤ ਜਿਹੜੀ ਗੱਲ ਨੂੰ ਸੋਚਦੇ ਹੋ, ਲਾਅ ਆਫ ਅਟਰੈਕਸ਼ਨ ਇਹੀ ਕਹਿੰਦਾ ਹੈ, ਗੁਰਬਾਣੀ ਇਹੀ ਕਹਿੰਦੀ ਹੈ, ਗੀਤਾ 'ਚ ਕ੍ਰਿਸ਼ਨ ਜੀ ਵੀ ਇਹੀ ਕਹਿੰਦੇ ਨੇ। ਉਹਨਾਂ ਨੇ ਤਾਂ ਇੱਕ ਥਾਂ ਸਪਸ਼ਟ ਅਰਜਨ ਨੂੰ ਸਮਝਾਉਂਦੇ ਕਿਹਾ ਸੀ, ਕੀ ਕਿਹਾ ਸੀ ਕਿ ਇਫ ਯੂ ਵਾਂਟ ਪਰਫੈਕਸ਼ਨ ਇੰਜੋਏ ਯੂਰ ਪ੍ਰੋਫੈਸ਼ਨ। ਇਹ ਪਰਫੈਕਸ਼ਨ ਨਹੀਂ ਚਾਹੁੰਦਾ ਸੀ, ਇਸੇ ਕਰਕੇ ਇੰਜੋਏ ਕਰਦਾ ਸੀ ਆਪਣੇ ਕੰਮ ਨੂੰ ਮੋਹਨ ਸਿੰਘ। ਤੋਂ ਇਹ ਤਰੱਕੀ ਕਰਦਾ ਗਿਆ। ਅਤੇ ਇੱਕ ਦਿਨ ਇੱਕ ਹੋਰ ਜਦੋਂ ਮੌਕਾ ਮਿਲਦਾ, ਇਹਨੂੰ ਮੌਕਾ ਮਿਲਿਆ, ਆਪਣੇ ਰਿਵਾਜ਼ ਘੱਟ ਹੈ, ਕਲਰਕ ਇਹ ਕਹਿੰਦਾ ਜੀ ਮੈਂ ਹੁਣ ਰਿਟਾਇਰ ਹੋਣਾ, ਤੂੰ ਮੇਰਾ ਕੰਮ ਸਾਂਭ ਲੈ। ਉਹ ਇਹਨੂੰ ਸਾਰਾ ਕੰਮ ਸੰਭਾਲ ਕੇ ਆਪ ਰਿਟਾਇਰ ਹੋ ਗਿਆ। ਹੁਣ ਇਹ ਮਾਲਕ ਬਣ ਗਿਆ। ਅਤੇ ਇਹਨੇ ਜਿਹੜਾ ਸ਼ਿਮਲੇ ਵਾਲੇ ਹੋਟਲ ਦਾ ਨਾਮ ਓਬਰਾਏ ਹੋਟਲ ਰੱਖ ਲਿਆ। ਮਤਲਬ ਜਿਹੜਾ ਓਬਰਾਏ ਗਰੁੱਪ ਦਾ ਐ ਸਮਝੋ ਨੀਂਹ ਪੱਥਰ ਉਦੋਂ ਰੱਖਿਆ ਗਿਆ ਜਦੋਂ ਇਹਨੇ ਸ਼ਿਮਲੇ ਦੇ ਹੋਟਲ ਦਾ ਨਾਮ ਓਬਰਾਏ ਰੱਖ ਲਿਆ। ਅਤੇ 1938 ਦੇ ਵਿੱਚ ਇਹਨੇ ਇੱਕ ਐਡ ਦੇਖੀ ਗ੍ਰੈਂਡ ਹੋਟਲ ਕਲਕੱਤੇ ਦੀ, ਉਹ ਵੀ ਲੀਜ਼ 'ਤੇ ਲੈ ਲਿਆ ਕਿਉਂਕਿ ਇਹ ਬੰਦੇ ਨੂੰ ਕੰਮ ਆ ਗਿਆ ਸੀ, ਮਿਹਨਤੀ ਸੀ। ਸੋ ਉੱਥੇ ਜਾ ਚੁੱਕਿਆ। ਉੱਧਰੋਂ ਵਰਲਡ ਵਾਰ ਲੱਗ ਗਈ। ਵਰਲਡ ਵਾਰ 'ਚ ਫੌਜੀ ਅਫਸਰਾਂ ਨੂੰ ਲੋੜ ਸੀ ਹੋਟਲ ਦੀ। ਇਹਨੇ ਇਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਕਿ 10-10 ਰੁਪਏ ਬੈੱਡ ਦੇ ਲੈ ਕੇ 1500 ਬੰਦੇ ਠਹਿਰਾਤੇ ਕਲਕੱਤੇ ਅੰਗਰੇਜ਼। ਜਦੋਂ ਵਰਲਡ ਵਾਰ ਖਤਮ ਹੋਈ ਉਹ ਬੜੇ ਖੁਸ਼ ਹੋਏ, ਨਾਲ ਤਾਂ ਇਹਨੇ ਪੈਸਾ ਕਮਾਇਆ, ਨਾਲੇ ਰਾਏ ਬਹਾਦਰ ਦਾ ਖਿਤਾਬ ਮਿਲ ਗਿਆ ਇਹਨੂੰ। ਉਸ ਤੋਂ ਬਾਅਦ ਤੋਂ ਇਹ ਤਰੱਕੀ ਫਿਰ ਜਦੋਂ ਇੱਕ ਵਾਰੀ ਤੁਸੀਂ ਕਰਨ ਲੱਗਦੇ ਹੋ ਫਿਰ ਨਹੀਂ ਪਿੱਛੇ ਮੁੜ ਕੇ ਦੇਖਦੇ। 1943 ਦੇ ਵਿੱਚ ਐਸੋਸੀਏਟਡ ਹੋਟਲਜ਼ ਆਫ ਇੰਡੀਅਨ ਲਿਮਟਿਡ ਦਾ ਕੰਟਰੋਲ ਵੀ ਇਹਨੂੰ ਮਿਲ ਗਿਆ। ਟੂਰਿਜ਼ਮ ਇੰਡਸਟਰੀ 'ਚ ਤਾਂ ਵੱਡਾ ਨਾਂ ਹੁੰਦਾ ਕੀ ਸੀ ਵੀ ਜਿਹੜਾ ਹੋਟਲ ਨਹੀਂ ਚੱਲਦਾ ਮੋਹਨ ਸਿੰਘ ਓਬਰਾਏ ਨੂੰ ਦੇ ਦਿਓ। ਇਹਨੂੰ ਤਰੀਕਾ ਸੀ ਕਿਉਂਕਿ ਇਹ ਸਮਝ ਕੇ ਚੁੱਕਿਆ ਸੀ ਵੀ ਕਿਵੇਂ ਚਲਾਉਣਾ ਹੈ, ਕਿਵੇਂ ਹੋਟਲ। ਇਹੀ ਤਾਂ ਤਰੀਕੇ ਹੁੰਦੇ ਨੇ। ਜਦੋਂ ਤੁਸੀਂ ਮਿਹਨਤ ਕਰਦੇ ਹੋ ਬਹੁਤ ਕੁਛ ਤੁਹਾਨੂੰ ਆ ਜਾਂਦਾ ਹੈ। ਅਤੇ ਜਿਹੜੀ ਕਮਾਲ ਹੈ, ਮੈਂ ਇੱਕ ਥਾਂ ਲਿਖਿਆ ਸੀ, ਦੌਲਤ, ਸ਼ੌਹਰਤ ਅਤੇ ਸੱਤਾ ਤਿੰਨ ਸਕੀਆਂ ਭੈਣਾਂ ਨੇ। ਇੱਕ ਚੀਜ਼ ਆ ਜੇ ਬਾਕੀ ਨਾਲ ਆ ਜਾਂਦੀਆਂ ਨੇ। ਇਹਦੇ ਨਾਲ ਵੀ ਇਹੀ ਹੋਇਆ। ਜਦੋਂ ਇੰਨੇ ਹੋਟਲਾਂ ਦਾ ਮਾਲਕ ਬਣ ਗਿਆ, ਦੌਲਤ ਆ ਗਈ, ਦੌਲਤ ਨਾਲ ਸ਼ੌਹਰਤ ਮਿਲਣ ਲੱਗ ਗਈ, ਲੋਕਾਂ 'ਚ ਨਾਂ ਬਣ ਗਿਆ ਵੀ ਇਹ ਤਾਂ ਮੋਹਨ ਸਿੰਘ ਓਬਰਾਏ ਹੁੰਦੀ ਸੀ। ਅਤੇ ਜਦੋਂ ਇੰਨਾ ਨਾਂ ਬਣ ਜੇ ਫਿਰ ਸੱਤਾ ਵੀ ਆ ਜਾਂਦੀ ਹੈ। 1962 'ਚ ਰਾਜ ਸਭਾ ਦਾ ਮੈਂਬਰ ਨੋਮੀਨੇਟ ਹੋਇਆ, 1972 'ਚ ਫਿਰ ਰਾਜ ਸਭਾ 'ਚ ਗਿਆ, ਇੱਕ ਵਾਰੀ ਲੋਕ ਸਭਾ 'ਚ ਗਿਆ। ਯਾਨੀ ਜਿਹੜਾ ਬੰਦਾ ਜਿਹਨੂੰ ਵੋਟਾਂ ਦੀ ਫੈਕਟਰੀ ਤੋਂ ਬਾਅਦ ਸੜਕ 'ਤੇ ਸੀ, ਜਿਹਦਾ ਪਿਓ ਨਹੀਂ ਸੀ, ਉਹ ਬੰਦਾ ਸੱਤਾ ਵੀ ਹਾਸਲ ਕਰ ਗਿਆ ਔਰ ਪਦਮ ਵਿਭੂਸ਼ਣ ਨਾਲ ਵੀ ਉਹਨੂੰ ਸਨਮਾਨ ਦਿੱਤਾ ਗਿਆ। ਇਹ ਜਿਹੜਾ ਕੁਛ ਜਦੋਂ ਆਪਾਂ ਦੇਖਦੇ ਹਾਂ ਨਾ ਮੋਹਨ ਸਿੰਘ ਓਬਰਾਏ ਦੀ ਇਹ ਯਾਤਰਾ, ਜਿਹਨੂੰ ਕਹਿ ਸਕਦੇ ਹਾਂ ਕਿ ਜ਼ੀਰੋ ਤੋਂ ਹੀਰੋ ਬਣਨ ਦੀ ਜਿਹੜੀ ਯਾਤਰਾ, ਇਹਦੇ ਵਿੱਚ ਇੱਕੋ ਹੀ ਨੁਕਤਾ ਹੈ ਕਿ ਬੰਦਾ ਆਪਣੇ ਕੰਮ ਨਾਲ ਪ੍ਰਤੀਬੱਧ ਹੋਵੇ, ਕਮਿਟਮੈਂਟ ਹੋਵੇ ਉਹਦੀ। ਫਿਰ ਜਦੋਂ ਕਮਿਟਮੈਂਟ ਹੁੰਦੀ ਹੈ ਨਾ, ਫਿਰ ਤੁਸੀਂ ਟਾਈਮ ਨਹੀਂ ਦੇਖਦੇ ਵੀ ਕਿੰਨੇ ਮਿੰਟ ਹੋ ਗਏ, ਕੀ ਹੋ ਗਿਆ, ਕਦੋਂ ਜਾਣਾ, ਕਦੋਂ ਨਹੀਂ ਜਾਣਾ। ਇਹ ਜਦੋਂ ਕਲਰਕ ਸੀ, ਜੇ ਉਦੋਂ ਇਹ ਇਸ ਤਰ੍ਹਾਂ ਨਾ ਕਰਦਾ ਨਾ ਕਮਿਟਮੈਂਟ ਨਾਲ ਕੰਮ, ਤਾਂ ਇੱਥੇ ਕਿਵੇਂ ਪਹੁੰਚਦਾ। ਅਤੇ ਇਹ ਬੰਦੇ ਨੇ ਫਿਰ ਆਪਣੀ ਮਿਹਨਤ ਨਾਲ ਐਡਾ ਵੱਡਾ ਗਰੁੱਪ ਖੜ੍ਹਾ ਕੀਤਾ, ਦੌਲਤ ਦੇ ਨਾਲ ਸ਼ੌਹਰਤ ਹਾਸਲ ਕੀਤੀ, ਸ਼ੌਹਰਤ ਨਾਲ ਸੱਤਾ ਹਾਸਲ ਕੀਤੀ, ਪੂਰੀ ਜ਼ਿੰਦਗੀ ਜਿਉ ਕੇ ਇਹ ਬੰਦਾ 103 ਸਾਲ ਦੀ ਉਮਰ ਦੇ ਵਿੱਚ 3 ਮਈ 2002 ਨੂੰ ਗਿਆ। ਅਤੇ ਜਦੋਂ ਮੈਂ ਇਹਦੀ ਹਿਸਟਰੀ ਪੜ੍ਹ ਰਿਹਾ ਸੀ ਅਤੇ ਉਸ ਵੇਲੇ ਸੱਚਮੁੱਚ ਹੀ ਮੈਨੂੰ ਇਉਂ ਲੱਗ ਰਿਹਾ ਸੀ ਕਿ ਇਸ ਦੁਨੀਆ ਦੇ ਵਿੱਚ ਕੁਛ ਵੀ ਸੋਚ ਲਓ ਉਹ ਪੂਰਾ ਹੋ ਸਕਦਾ ਹੈ। ਬੰਦਾ ਜ਼ੀਰੋ ਤੋਂ ਹੀਰੋ ਬਣ ਸਕਦਾ ਹੈ, ਜਿਵੇਂ ਮੋਹਨ ਸਿੰਘ ਓਬਰਾਏ ਬਣਿਆ। ਬਹੁਤ ਬਹੁਤ ਸ਼ੁਕਰੀਆ।